ਚਾਹੇ ਅਸੀਂ ਵਿਦਿਆਰਥੀ ਹਾਂ, ਮਾਪੇ ਹਾਂ, ਅਧਿਆਪਕ ਹਾਂ ਜਾਂ ਕਿਸੇ ਹੋਰ ਵਿਸ਼ੇ ਦੇ ਸਿੱਖਿਆਰਥੀ, ਅਸੀਂ ਸਾਰੇ ਇਸ ਭਾਲ ਵਿੱਚ ਰਹਿੰਦੇ ਹਾਂ ਕਿ ਜਿਹੜੀ ਵੀ ਪੜ੍ਹਾਈ ਅਸੀਂ ਕਰ ਰਹੇ ਹਾਂ ਉਸ ਨੂੰ ਹੋਰ ਵਧੀਆ ਅਤੇ ਸੁਚੱਜੇ ਢੰਗ ਨਾਲ ਕਿੱਦਾਂ ਕੀਤਾ ਜਾਵੇ। ਦੁਨੀਆ ਦੀਆਂ ਮੰਨੀਆਂ ਪ੍ਰਮੰਨੀਆਂ ਯੂਨੀਵਰਸਿਟੀਜ਼ ਜਿਵੇਂ ਕਿ ਹਾਰਵਰਡ, ਸਟੈਨਫੋਰਡ, ਪ੍ਰਿੰਸਟਨ ਅਤੇ ਯੇਲਸ ਦੇ ਟੌਪਰਸ ਦੇ ਨਾਲ ਕੀਤੇ ਗਏ ਇੰਟਰਵਿਊਜ਼ ਦੇ ਰਾਹੀਂ ਕਈ ਕਾਰਗਰ ਜੁਗਤੀਆਂ ਦਾ ਪਤਾ ਲੱਗਿਆ। ਅੱਜ ਅਸੀਂ ਇਹੋ ਜਿਹੀਆਂ ਅਸਰਦਾਰ ਜੁਗਤੀਆਂ ਦੀ ਵਿਚਾਰ ਤੁਹਾਡੇ ਨਾਲ ਸਾਂਝੀ ਕਰਾਂਗੇ। ਅੱਜ ਅਸੀਂ ਗੱਲ ਕਰਾਂਗੇ ਕੈਲ ਨਿਊਪੋਰਟ ਦੀ ਮਸ਼ਹੂਰ ਕਿਤਾਬ ਹਾਊ ਟੂ ਬਿਕਮ ਅ ਸਟ੍ਰੇਟ ਏ ਸਟੂਡੈਂਟ ਦੇ ਬਾਰੇ। ਲਿਖਾਰੀ ਦੇ ਮੁਤਾਬਕ ਅਸੀਂ ਸਭ ਤੋਂ ਪਹਿਲਾਂ ਸੂਡੋ ਵਰਕਿੰਗ ਅਤੇ ਰੀਅਲ ਵਰਕਿੰਗ ਦੀ ਪਛਾਣ ਕਰਨਾ ਸਿੱਖੀਏ। ਅਸੀਂ ਕਈ ਵਿਦਿਆਰਥੀਆਂ ਨੂੰ ਸਾਰਾ ਦਿਨ ਕਿਤਾਬਾਂ ਦੇ ਵਿੱਚ ਡੁੱਬੇ ਹੋਏ ਦੇਖਦੇ ਹਾਂ, ਪਰ ਉਹਨਾਂ ਸਾਰਿਆਂ ਦੀ ਮੁਸ਼ੱਕਤ ਕਿਸੇ ਠੋਸ ਪਰਿਣਾਮ ਵਿੱਚ ਤਬਦੀਲ ਹੋਈ ਨਜ਼ਰ ਨਹੀਂ ਆਉਂਦੀ। ਚੰਗੇ ਨਤੀਜੇ ਨੂੰ ਪ੍ਰਾਪਤ ਕਰਨ ਦੀ ਕੁੰਜੀ ਹੈ ਖਰਚਿਆ ਗਿਆ ਸਮਾਂ ਅਤੇ ਉਸ ਨੂੰ ਕਿਤਨੀ ਇਕਾਗਰਤਾ ਨਾਲ ਵਰਤਿਆ ਗਿਆ। ਜੇ ਕੋਈ ਕੰਮ 10 ਘੰਟਿਆਂ ਵਿੱਚ 3 ਇਕਾਈ ਦੀ ਇਕਾਗਰਤਾ ਨਾਲ ਕੀਤਾ ਜਾਂਦਾ ਹੈ ਤੇ ਉਸੇ ਕੰਮ ਨੂੰ 10 ਇਕਾਈ ਦੀ ਇਕਾਗਰਤਾ ਨਾਲ ਘੱਟ ਸਮੇਂ ਵਿੱਚ ਵੀ ਕੀਤਾ ਜਾ ਸਕਦਾ ਹੈ। ਸੂਡੋ ਵਰਕਿੰਗ ਦਾ ਉਦਾਹਰਣ ਹੈ ਜਿਸ ਤਰ੍ਹਾਂ ਕਈ ਘੰਟੇ ਕਿਤਾਬਾਂ ਦੇ ਨਾਲ ਜੂਝਦੇ ਰਹਿਣਾ, ਟੀਵੀ ਦੇ ਸਾਹਮਣੇ ਬੈਠ ਕੇ ਪਰਿਵਾਰ ਵਿੱਚ ਗੱਲਬਾਤ ਕਰਦਿਆਂ, ਮੋਬਾਈਲ ਨੂੰ ਇਸਤੇਮਾਲ ਕਰਦਿਆਂ, ਦੋਸਤਾਂ ਨਾਲ ਗਰੁੱਪ ਸਟੱਡੀ ਕਰਕੇ ਜਿਸ ਵਿੱਚ ਜ਼ਿਆਦਾ ਸਮਾਂ ਗੱਲਾਂ ਜਾਂ ਗੌਸਿਪਸ ਵਿੱਚ ਵਿਅਰਥ ਹੋ ਜਾਂਦਾ ਹੈ। ਹੁਣ ਤੁਸੀਂ ਆਪਣੇ ਸੂਡੋ ਵਰਕ ਦੀ ਆਪ ਪਛਾਣ ਕਰੋ ਅਤੇ ਉਸ ਨੂੰ ਰੀਅਲ ਵਰਕਿੰਗ ਦੇ ਨਾਲ ਬਦਲ ਦੇਵੋ। ਡੀਪ ਵਰਕ ਯਾਨੀ ਇਕਾਗਰਚਿਤ ਹੋ ਕੇ ਲਾਹੇਮੰਦ ਨਤੀਜੇ ਪ੍ਰਾਪਤ ਕੀਤੇ ਜਾ ਸਕਦੇ ਹਨ। ਡੀਪ ਵਰਕ ਕਿਤਾਬ ਦੇ ਵਿਚਾਰਾਂ ਨੂੰ ਅਸੀਂ ਆਪਣੇ ਪੁਰਾਣੇ ਵੀਡੀਓ ਵਿੱਚ ਚੰਗੀ ਤਰ੍ਹਾਂ ਸਮਝ ਚੁੱਕੇ ਹਾਂ। ਮੈਨੇਜ ਯੋਰ ਟਾਈਮ ਇਨ 5 ਮਿੰਟਸ। ਸਵੇਰੇ ਉੱਠ ਕੇ ਸਭ ਤੋਂ ਪਹਿਲਾਂ 5 ਮਿੰਟ ਲਈ ਉਸ ਦਿਨ ਦੇ ਕੀਤੇ ਜਾਣ ਵਾਲੇ ਕੰਮਾਂ ਦੀ ਸੂਚੀ ਤਿਆਰ ਕਰੋ। ਇੱਕ ਕੈਲੰਡਰ ਔਰ ਇੱਕ ਜਰਨਲ ਯਾਨੀ ਨੋਟਬੁੱਕ ਦੀ ਵਰਤੋਂ ਕੀਤੀ ਜਾਵੇ। ਹੁਣ ਕੈਲੰਡਰ ਵਿੱਚ ਅੱਜ ਦੇ ਕੀਤੇ ਜਾਣ ਵਾਲੇ ਕੰਮਾਂ ਨੂੰ ਲਿਖਿਆ ਜਾਵੇ ਅਤੇ ਜਰਨਲ ਵਿੱਚ ਅੱਜ ਦੇ ਕੰਮਾਂ ਦੇ ਨਾਲ ਦੂਸਰੇ ਕਾਲਮ ਨੂੰ ਸਾਰੇ ਦਿਨ ਲਈ ਵਰਤੋਂ ਵਿੱਚ ਲਿਆਇਆ ਜਾਵੇ। ਦਿਨ ਵਿੱਚ ਵਿਚਰਦੇ ਹੋਏ ਜੇਕਰ ਕੋਈ ਨਵੇਂ ਕੰਮ ਨਜ਼ਰੀ ਪੈਣ ਤੇ ਉਹਨਾਂ ਨੂੰ ਵੀ ਸੂਚੀ ਵਿੱਚ ਜੋੜ ਲਿਆ ਜਾਵੇ। ਹੁਣ ਰਾਤ ਸੌਣ ਤੋਂ ਪਹਿਲਾਂ ਮੁਕੰਮਲ ਹੋ ਚੁੱਕੇ ਕੰਮਾਂ ਨੂੰ ਕੱਟ ਦਿੱਤਾ ਜਾਵੇ ਅਤੇ ਇਸੇ ਪ੍ਰਕਿਰਿਆ ਨੂੰ ਅਗਲੀ ਸਵੇਰ ਤੋਂ ਇਸੇ ਤਰ੍ਹਾਂ ਫਿਰ ਤੋਂ ਦੁਹਰਾਇਆ ਜਾਵੇ। ਇਹ 5 ਮਿੰਟ ਦਾ ਬਿਤਾਇਆ ਹੋਇਆ ਸਮਾਂ ਤੁਹਾਡੇ ਸਾਰੇ ਦਿਨ ਦੇ ਤਣਾਅ ਅਤੇ ਖਿੱਚੋਤਾਣ ਦਾ ਨਿਪਟਾਰਾ ਕਰ ਦਿੰਦਾ ਹੈ ਅਤੇ ਤੁਹਾਡੇ ਜ਼ਰੂਰੀ ਕੰਮਾਂ ਨੂੰ ਲੋੜੀਂਦੀ ਤਰਤੀਬ ਦੇ ਦਿੰਦਾ ਹੈ। ਡਿਕਲੇਅਰ ਵਾਰ ਅਗੇਂਸਟ ਪ੍ਰੋਕੈਸਟੀਨੇਸ਼ਨ। ਕੰਮ ਨੂੰ ਕੱਲ੍ਹ ਤੇ ਸੁੱਟਣ ਦੀ ਬਿਰਤੀ ਨਾਲ ਜੰਗ ਛੇੜੀਏ। ਸਾਡੀ ਕੁਦਰਤੀ ਬਿਰਤੀ ਸਾਨੂੰ ਸਰੀਰ ਦੇ ਸੁੱਖਾਂ ਵੱਲ ਪ੍ਰੇਰਦੀ ਹੈ ਅਤੇ ਉੱਦਮ ਤੋਂ ਭੱਜਦੀ ਹੈ ਅਤੇ ਇਹ 5 ਮਿੰਟ ਦੀ ਪਲੈਨਿੰਗ ਇਸੇ ਜੰਗ ਦੀ ਸ਼ੁਰੂਆਤ ਹੈ ਜਿਸ ਵਿੱਚ ਸਭ ਤੋਂ ਪਹਿਲਾਂ ਕੰਮ ਨੂੰ ਕੱਲ੍ਹ ਉੱਤੇ ਸੁੱਟਣ ਦੀ ਬਿਰਤੀ ਨਾਲ ਆਮੋ ਸਾਹਮਣੇ ਹੋਇਆ ਜਾਂਦਾ ਹੈ। ਦਿਨ ਖਤਮ ਹੋਣ ਦੇ ਵੇਲੇ ਜਰਨਲ ਦੇ ਵਿੱਚ ਕਿਸੇ ਵੀ ਕੰਮ ਦੇ ਪੂਰੇ ਨਾ ਹੋ ਜਾਣ ਦੇ ਕਾਰਨਾਂ ਦੀ ਨਿਸ਼ਾਨਦੇਹੀ ਕੀਤੀ ਜਾਵੇ ਅਤੇ ਉਹਨਾਂ ਨੂੰ ਲਿਖਿਆ ਜਾਵੇ। ਹੁਣ ਇੰਜ ਕਰਨ ਦੇ ਨਾਲ ਸਾਨੂੰ ਸਵੈ ਪੜਚੋਲ ਕਰਨ ਦੀ ਆਦਤ ਪਵੇਗੀ ਅਤੇ ਉਹ ਕਮਜ਼ੋਰੀਆਂ ਜੋ ਮੁਸ਼ਕਿਲਾਂ ਪੈਦਾ ਕਰ ਰਹੀਆਂ ਹਨ ਸਹਿਜੇ ਸਹਿਜੇ ਦੂਰ ਹੁੰਦੀਆਂ ਜਾਣਗੀਆਂ। ਇਸ ਦੇ ਨਾਲ ਹੀ ਅਸੀਂ ਦੇਖਾਂਗੇ ਕਿ ਕੰਮ ਨੂੰ ਕੱਲ੍ਹ ਤੇ ਸੁੱਟਣ ਦੀ ਬਿਰਤੀ ਘਟਦੀ ਜਾ ਰਹੀ ਹੈ ਅਤੇ ਅਸੀਂ ਆਪਣੇ ਆਪ ਵਿੱਚ ਚੜ੍ਹਦੀ ਕਲਾ ਦਾ ਅਹਿਸਾਸ ਮਹਿਸੂਸ ਕਰਨ ਲੱਗਦੇ ਹਾਂ। ਫੀਡ ਦ ਮਸ਼ੀਨ। ਕਿਉਂਕਿ ਅਸੀਂ ਸਾਰੇ ਕੰਮ ਆਪਣੇ ਸਰੀਰ ਅਤੇ ਦਿਮਾਗ ਰਾਹੀਂ ਕਰਨੇ ਹਨ, ਇਸ ਕਰਕੇ ਇਹਨਾਂ ਦਾ ਤੰਦਰੁਸਤ ਰਹਿਣਾ ਅਤ ਜ਼ਰੂਰੀ ਹੈ। ਔਰ ਇਹ ਤਾਂ ਹੀ ਹੋ ਸਕਦਾ ਹੈ ਜੇਕਰ ਅਸੀਂ ਆਪਣਾ ਖਾਣ-ਪਾਣ ਸਾਦਾ ਅਤੇ ਸੰਤੋਖਜਨਕ ਰੱਖੀਏ, ਜਿਸ ਵਿੱਚ ਜੰਕ ਫੂਡ ਜਾਂ ਹੋਰ ਕਿਸੇ ਵੀ ਤਰੀਕੇ ਦੇ ਗੰਦੇ-ਮੰਦੇ ਖਾਣੇ ਨੂੰ ਕੋਈ ਵੀ ਥਾਂ ਨਹੀਂ ਮਿਲਣੀ ਚਾਹੀਦੀ ਅਤੇ ਆਪਣੇ ਆਪ ਨੂੰ ਇਹਨਾਂ ਤੋਂ ਦੂਰ ਹੀ ਰੱਖਿਆ ਜਾਵੇ। ਮੇਕ ਐਨ ਇਵੈਂਟ ਆਊਟ ਆਫ ਵਰਸਟ ਟਾਸਕ। ਜੇਕਰ ਕੋਈ ਔਖਾ ਕੰਮ ਸਾਹਮਣੇ ਆਉਂਦਾ ਹੈ ਉਸ ਲਈ ਇੱਕ ਖਾਸ ਮੌਕਾ, ਥਾਂ ਅਤੇ ਸਮਾਂ ਨਿਸ਼ਚਿਤ ਕਰ ਲਵੋ। ਜਿਵੇਂ ਕਿ ਮੈਂ ਫਲਾਣੇ ਦਿਨ 4 ਘੰਟੇ ਲਈ ਫਲਾਣੀ ਲਾਇਬ੍ਰੇਰੀ ਜਾ ਕੇ ਇਸ ਕੰਮ ਨੂੰ ਪੂਰਨ ਕਰਨਾ ਹੈ, ਜਿਹੜਾ ਕਿ ਚੂਜ਼ਿੰਗ ਹਾਰਡ ਡੇਜ਼ ਦੀ ਫਿਲਾਸਫੀ ਨੂੰ ਚਿੰਨ੍ਹਿਤ ਕਰ ਦਿੰਦਾ ਹੈ। ਅਗਲਾ ਤਰੀਕਾ ਹੈ ਚੂਜ਼ ਵੈਨ, ਵੇਅਰ ਐਂਡ ਹਾਊ ਲੌਂਗ। ਵੈਨ ਯਾਨੀ ਕਦੋਂ ਪੜ੍ਹਾਈ ਕਰੀਏ। ਹੁਣ ਇਸ ਲਈ ਸਭ ਤੋਂ ਚੰਗਾ ਸਮਾਂ ਹੈ ਸਵੇਰ ਦਾ ਅੰਮ੍ਰਿਤ ਵੇਲਾ। ਵਿਗਿਆਨਿਕ ਖੋਜ ਵੀ ਇਹੀ ਦਰਸਾਉਂਦੀ ਹੈ ਕਿ ਉਸ ਸਮੇਂ ਸਾਡਾ ਫੋਕਸ ਯਾਨੀ ਇਕਾਗਰਤਾ ਸਭ ਤੋਂ ਜ਼ਿਆਦਾ ਬਣ ਸਕਦੀ ਹੈ, ਕਿਉਂਕਿ ਸਾਡੇ ਦਿਮਾਗ ਦੇ ਸੈੱਲ ਇੱਕੋ ਦਮ ਤਰੋ-ਤਾਜ਼ਾ ਹੁੰਦੇ ਹਨ ਔਰ ਸਾਡਾ ਦਿਮਾਗ ਆਪਣੀ ਡੈਲਟਾ ਸਟੇਟ ਤੋਂ ਬਾਹਰ ਆ ਰਿਹਾ ਹੁੰਦਾ ਹੈ। ਇਸ ਲਈ ਉਸ ਸਮੇਂ ਦੀ ਬੜੀ ਮਹੱਤਤਾ ਹੈ। ਪਰ ਉਸ ਤੋਂ ਇਲਾਵਾ ਜਦੋਂ ਵੀ ਅਸੀਂ ਡੀਪ ਵਰਕ ਲਈ ਇਕਾਗਰ ਹੋ ਸਕਦੇ ਹਾਂ ਉਹੀ ਸਮਾਂ ਚੰਗਾ ਹੈ। ਪਰ ਇਸ ਗੱਲ ਦਾ ਖਾਸ ਧਿਆਨ ਰੱਖਿਆ ਜਾਏ ਕਿ ਸਾਰੇ ਕੰਮ ਰਾਤ ਦੇ ਖਾਣੇ ਤੋਂ ਪਹਿਲਾਂ ਮੁੱਕ ਜਾਣ ਅਤੇ ਜਿੰਨਾ ਹੋ ਸਕੇ ਰਾਤ ਦੀ ਪੜ੍ਹਾਈ ਤੋਂ ਪਰਹੇਜ਼ ਕੀਤਾ ਜਾਏ ਔਰ ਅੰਮ੍ਰਿਤ ਵੇਲੇ ਦੇ ਸਮੇਂ ਨੂੰ ਹੀ ਚੁਣਿਆ ਜਾਏ। ਵੇਅਰ ਯਾਨੀ ਪੜ੍ਹਾਈ ਕਿੱਥੇ ਕਰਨੀ ਚਾਹੀਦੀ ਹੈ। ਕੋਈ ਵੀ ਐਸੀ ਥਾਂ ਜਿੱਥੇ ਤੁਹਾਡੇ ਧਿਆਨ ਦੇ ਖਿੰਡਣ ਦਾ ਸਬਬ ਨਾ ਹੋਵੇ, ਮਤਲਬ ਡਿਸਟਰੈਕਸ਼ਨ ਫ੍ਰੀ ਜਗ੍ਹਾ ਜਿੱਥੇ ਤੁਸੀਂ ਇਕਾਗਰਤਾ ਨਾਲ ਪੜ੍ਹ ਸਕੋ।
ਬਿਨਾਂ ਡਿਸਟਰੈਕਸ਼ਨ ਦੇ। ਇਸੇ ਟੌਪਿਕ ਨੂੰ ਅਸੀਂ ਆਪਣੇ ਪੁਰਾਣੇ ਵੀਡੀਓ ਡਿਜੀਟਲ ਮਿਨੀਮਲਿਜ਼ਮ ਵਿੱਚ ਚੰਗੀ ਤਰ੍ਹਾਂ ਸਮਝਿਆ ਸੀ ਕਿ ਕਿਸ ਤਰੀਕੇ ਨਾਲ ਅੱਜ ਦੇ ਸਮੇਂ ਵਿੱਚ ਮੋਬਾਈਲ ਸਭ ਤੋਂ ਵੱਡੀ ਡਿਸਟਰੈਕਸ਼ਨ ਦਾ ਕਾਰਨ ਬਣ ਚੁੱਕਾ ਹੈ। ਹਾਊ ਲੌਂਗ ਲਈ ਵਿਗਿਆਨਿਕ ਖੋਜਾਂ ਦਰਸਾਉਂਦੀਆਂ ਹਨ ਕਿ ਅਗਰ ਅਸੀਂ 50 ਮਿੰਟ ਤੱਕ ਪੜ੍ਹਨ ਤੋਂ ਬਾਅਦ 10 ਮਿੰਟ ਦੀ ਬ੍ਰੇਕ ਲਈਏ, ਪਰ ਇਸ ਬ੍ਰੇਕ ਦੇ ਦੌਰਾਨ ਇਕਾਗਰਤਾ ਨੂੰ ਭੰਗ ਕਰਨ ਵਾਲਾ ਕੋਈ ਵੀ ਕੰਮ ਨਾ ਕੀਤਾ ਜਾਵੇ। ਔਰ ਇਸੇ ਤਰ੍ਹਾਂ ਦੇ ਸੈਸ਼ਨਸ ਲਗਭਗ 3 ਜਾਂ 4 ਅਸੀਂ ਪੂਰੇ ਦਿਨ ਵਿੱਚ ਕਰ ਸਕਦੇ ਹਾਂ ਔਰ ਆਪਣੀ ਇਕਾਗਰਤਾ ਦਾ ਸਭ ਤੋਂ ਜ਼ਿਆਦਾ ਫਾਇਦਾ ਉਠਾ ਸਕਦੇ ਹਾਂ। ਔਰ ਹੁਣ ਇਮਤਿਹਾਨ ਦੇਣ ਲੱਗਿਆ ਇਹਨਾਂ 3 ਗੱਲਾਂ ਦਾ ਧਿਆਨ ਰੱਖਿਆ ਜਾਵੇ: ਪਲੈਨਿੰਗ, ਪ੍ਰੋਸੀਡਿੰਗ, ਪ੍ਰੂਫ ਰੀਡਿੰਗ। ਸਭ ਤੋਂ ਪਹਿਲਾਂ ਸਾਰੇ ਪੇਪਰ ਤੇ ਨਿਗਾਹ ਮਾਰ ਕੇ ਨੰਬਰਾਂ ਦੇ ਮੁਤਾਬਿਕ ਸਵਾਲਾਂ ਨੂੰ ਹੱਲ ਕਰਨ ਦੀ ਇੱਕ ਤਰਤੀਬ ਬਣਾ ਲਈ ਜਾਵੇ। ਔਰ ਪ੍ਰੋਸੀਡਿੰਗ ਵਿੱਚ ਸਭ ਤੋਂ ਪਹਿਲਾਂ ਸੌਖੇ ਸਵਾਲਾਂ ਨੂੰ ਮੁਕਾ ਲਿਆ ਜਾਵੇ ਔਰ ਉਸ ਤੋਂ ਬਾਅਦ ਹੀ ਔਖੇ ਸਵਾਲ ਕੀਤੇ ਜਾਣ ਤਾਂ ਕਿ ਅਸਫਲ ਹੋਣ ਦਾ ਸੰਸਾ ਸਾਨੂੰ ਪਰੇਸ਼ਾਨ ਨਾ ਕਰੇ। ਪ੍ਰੂਫ ਰੀਡਿੰਗ ਵਿੱਚ ਆਖਰੀ ਦੇ 10 ਮਿੰਟ ਵਿੱਚ ਸਾਰੇ ਪੇਪਰ ਦੀ ਪੜਤਾਲ ਕਰ ਲਿੱਤੀ ਜਾਵੇ, ਜਿਸ ਵਿੱਚ ਛੋਟੀਆਂ-ਮੋਟੀਆਂ ਗਲਤੀਆਂ ਨੂੰ ਸੁਧਾਰ ਲਿਆ ਜਾਵੇ ਅਤੇ ਇਹ ਯਕੀਨ ਬਣਾ ਲਿਆ ਜਾਵੇ ਕਿ ਕਿਤੇ ਕੋਈ ਸਵਾਲ ਛੁੱਟ ਤੇ ਨਹੀਂ ਗਿਆ। ਅੱਜ ਅਤੇ ਹੁਣ ਤੋਂ ਹੀ ਆਓ ਇਹ ਕੰਮ ਸ਼ੁਰੂ ਕਰੀਏ। ਸਵੇਰੇ 5 ਮਿੰਟ ਦੀ ਵਿਉਂਤਬੰਦੀ ਜਾਂ ਪਲੈਨਿੰਗ। ਅੱਜ ਦਾ ਕੰਮ ਅੱਜ ਹੀ ਕਰੀਏ ਔਰ ਉਸ ਨੂੰ ਕੱਲ ਤੇ ਨਾ ਪਾਈਏ। ਕਦੋਂ, ਕਿੱਥੇ ਅਤੇ ਕਿੰਨੇ ਸਮੇਂ ਲਈ ਦੀ ਜੁਗਤੀ ਦਾ ਅਭਿਆਸ ਕਰੀਏ। ਯਾਦ ਰੱਖੋ ਕਿ ਕਾਮਯਾਬ ਅਤੇ ਨਾਕਾਮਯਾਬ ਇਨਸਾਨ ਵਿੱਚ ਸਿਰਫ ਕੁਝ ਆਦਤਾਂ ਦਾ ਹੀ ਫਰਕ ਹੁੰਦਾ ਹੈ। ਉਹ ਆਦਤਾਂ ਹੀ ਹਨ ਜੋ ਸਾਡੇ ਜੀਵਨ ਅਤੇ ਕਿਸਮਤ ਨੂੰ ਘੜਦੀਆਂ ਹਨ। ਮੇਰਾ ਨਾਮ ਸਤਿੰਦਰ ਸਿੰਘ ਹੈ ਤੇ ਮੈਂ ਆਪਣੇ ਇਸ ਸਿੰਘ ਵਿਜ਼ਡਮ ਚੈਨਲ ਉੱਤੇ ਬੱਚਿਆਂ ਤੋਂ ਲੈ ਕੇ ਯੰਗਸਟਰਸ ਅਤੇ ਪ੍ਰੋਫੈਸ਼ਨਲਸ ਦੇ ਲਈ ਮੋਟੀਵੇਸ਼ਨਲ ਔਰ ਇਨਸਪੀਰੇਸ਼ਨਲ ਸੀਰੀਜ਼ ਨੂੰ ਪੰਜਾਬੀ ਭਾਸ਼ਾ ਵਿੱਚ ਬਣਾ ਕੇ ਸਾਂਝ ਕਰਦਾ ਹਾਂ। ਜੇਕਰ ਤੁਸੀਂ ਮੈਨੂੰ ਇਹਨਾਂ ਵੀਡੀਓਜ਼ ਦੇ ਲਈ ਕੋਈ ਸਲਾਹ ਜਾਂ ਮਸ਼ਵਰਾ ਦੇਣਾ ਚਾਹੁੰਦੇ ਹੋ ਤੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਜਾਂ ਕਮੈਂਟ ਕਰ ਸਕਦੇ ਹੋ। ਮੈਨੂੰ ਉਮੀਦ ਹੈ ਕਿ ਆਪ ਜੀ ਨੂੰ ਇਹ ਵੀਡੀਓਜ਼ ਪਸੰਦ ਆ ਰਹੇ ਹੋਣਗੇ ਅਤੇ ਅੱਗੇ ਆਉਣ ਵਾਲੀ ਸੀਰੀਜ਼ ਨੂੰ ਆਪ ਜੀ ਇਸੇ ਤਰੀਕੇ ਨਾਲ ਫੋਲੋ ਕਰਦੇ ਰਹੋਗੇ। ਸਤਿ ਸ਼੍ਰੀ ਅਕਾਲ।